ਬਚਿੰਤ ਕੌਰ ਦੀ ਪੁਸਤਕ ਪੈੜਾਂ ਤੇ ਝਰੋਖੇ ਦਾ ਅਗਲਾ ਅੰਗ ਹੈ। ਯੂਨੀਵਰਸਲ ਸਟੂਡੀਓ ਇੱਕ ਅਦਭੁਤ ਰੰਗਮੰਚ। ਦੁਨੀਆ ਦਾ ਸਭ ਤੋਂ ਵੱਧ ਪ੍ਰਸਿੱਧ ਯੂਨੀਵਰਸਲ ਸਟੂਡੀਓ ਕੈਲੀਫੋਰਨੀਆ ਰਾਜ ਦੇ ਲਾਸ ਐਂਜਲਸ ਸ਼ਹਿਰ 'ਚ ਹੈ। ਇਸ ਥਾਂ ਨੂੰ ਯੂਨੀਵਰਸਲ ਸਿਟੀ ਵੀ ਕਿਹਾ ਜਾਂਦਾ ਹੈ ਤੇ ਹਾਲੀਵੁੱਡ ਵੀ। 7 ਜਨਵਰੀ 1987 ਨੂੰ ਅਸੀਂ ਲਾਸ ਐਂਜਲਸ ਤੋਂ ਇੰਡੀਆ ਲਈ ਵਾਪਸ ਆ ਜਾਣਾ ਸੀ, ਪਰ ਅਜੇ ਤੱਕ ਯੂਨੀਵਰਸਲ ਸਟੂਡੀਓ ਨਹੀਂ ਸੀ ਦੇਖਿਆ। ਮੇਰੇ ਮਨ 'ਚ ਇਹਨਾਂ 2 ਸਥਾਨਾਂ ਦੇ ਦੇਖਣ ਦੀ ਪ੍ਰਬਲ ਇੱਛਾ ਸੀ, ਇੱਕ ਡਿਜ਼ਨੀਲੈਂਡ ਅਤੇ ਦੂਜਾ ਯੂਨੀਵਰਸਲ ਸਿਟੀ। ਸੋ ਮੈਂ ਆਪਣੇ ਨਾਲ ਲਈ ਐਲਨ ਨੂੰ ਤਿਆਰ ਕੀਤਾ, ਜੋ ਇੱਕ ਸਪੈਨਿਸ਼ ਲੇਡੀ ਸੀ ਅਤੇ ਇੱਥੇ ਲਾਸ ਐਂਜਲਸ ਵਿੱਚ ਰਹਿੰਦਿਆਂ ਮੇਰੀ ਚੰਗੀ ਵਾਕਫ ਬਣ ਗਈ ਸੀ। ਇਸ ਗੱਲ ਦਾ ਇੱਕ ਵੱਡਾ ਕਾਰਨ ਇਹ ਸੀ ਕਿ ਇਸ ਸਪੈਨਿਸ਼ ਲੇਡੀ ਦਾ ਬਹੁਤ ਸਾਰਾ ਕਲਚਰ ਸਾਡੇ ਭਾਰਤੀ ਕਲਚਰ ਨਾਲ ਮੇਲ ਖਾਂਦਾ ਸੀ, ਜਿਵੇਂ ਜ਼ਿਆਦਾਤਰ ਵੈਜੀਟੇਰੀਅਨ ਖਾਣਾ ਪਸੰਦ ਕਰਨਾ, ਆਪਣੇ ਪਤੀ ਤੋਂ ਬਗੈਰ ਹੋਰ ਕਿਸੇ ਨੂੰ ਵੀ ਐਸੀ ਵੈਸੀ ਨਜ਼ਰ ਨਾਲ ਨਾ ਦੇਖਣਾ, ਨਾ ਹੀ ਬॉयਫ੍ਰੈਂਡਸ ਬਣਾਉਣੇ ਆਦਿ। ਅਤੇ ਅਮਰੀਕਾ 'ਚ ਆਮ ਮੈਕਸੀਕਨ ਅਤੇ ਅਮਰੀਕਨ ਕੁੜੀਆਂ ਬॉयਫ੍ਰੈਂਡਸ ਦੇ ਬੱਚੇ ਪੈਦਾ ਕਰਨ 'ਚ ਕੋਈ ਮਾੜਾ ਨਹੀਂ ਸਮਝਦੀਆਂ, ਅਤੇ ਹੋਰ ਵੀ ਕਈ ਗੱਲਾਂ ਤੋਂ ਇਸ ਲੇਡੀ ਦੀ ਰਹਿਣੀ ਬਹਿਣੀ ਸਾਡੇ ਭਾਰਤੀਆਂ ਨਾਲ ਮੇਲ ਖਾਂਦੀ ਸੀ। ਇਸੇ ਕਰਕੇ ਗੁਆਂਢ ਦੇ ਅਪਾਰਟਮੈਂਟ 'ਚ ਰਹਿੰਦੀ ਐਲਨ ਮੇਰੀ ਚੰਗੀ ਸਹੇਲੀ ਬਣ ਗਈ ਸੀ ਅਤੇ ਸਾਨੂੰ ਇਹ 1 ਜਨਵਰੀ 1987 ਨੂੰ ਯੂਨੀਵਰਸਲ ਸਟੂਡੀਓ ਦਿਖਾਉਣ ਲਈ ਲੈ ਗਈ। ਇਹ ਸਟੂਡੀਓ ਸਾਡੇ ਘਰ ਤੋਂ ਮਸਾਂ 7-8 ਮੀਲਾਂ ਦੀ ਵਿੱਥ ਉੱਤੇ ਸੀ। ਸਵੇਰੇ 9 ਵਜੇ ਅਸੀਂ ਉੱਥੇ ਪਹੁੰਚ ਗਏ। ਸਾਡੇ ਨਾਲ ਐਲਨ ਦੇ 2 ਛੋਟੇ ਸਕੂਲ ਜਾਂਦੇ ਬੱਚੇ ਅਤੇ ਮੇਰੇ ਪਤੀ ਦੇਵ ਵੀ ਸ਼ਾਮਲ ਸਨ। ਜਦੋਂ ਅਸੀਂ ਯੂਨੀਵਰਸਲ ਸਿਟੀ ਪਹੁੰਚੇ, ਪਹਿਲਾਂ ਤਾਂ ਸਾਨੂੰ ਇੱਕ ਲੰਬੀ ਚੌੜੀ ਕੋਈ ਅੱਧੇ ਮੀਲ 'ਚ ਬਣੀ ਪਾਰਕਿੰਗ 'ਚ ਗੱਡੀ ਖੜ੍ਹੀ ਕਰਨ ਲਈ ਹੀ ਕੋਈ ਥਾਂ ਨਾ ਲੱਭੀ। ਘੁੰਮ ਕੇ ਅੱਧੇ ਘੰਟੇ ਵਿੱਚੋਂ ਅਸੀਂ ਬੜੀ ਮੁਸ਼ਕਿਲ ਨਾਲ ਇੱਕ ਪਾਰਕਿੰਗ ਖਾਲੀ ਮਿਲੀ। $14 ਦੀ ਟਿਕਟ ਵੱਡਿਆਂ ਲਈ ਸੀ ਅਤੇ $10 ਦੀ ਬੱਚਿਆਂ ਲਈ। ਅਸੀਂ 3 ਵੱਡੀਆਂ ਅਤੇ 2 ਛੋਟੀਆਂ ਟਿਕਟਾਂ ਲੈ ਕੇ ਉੱਧਰ ਨੂੰ ਹੋ ਤੁਰੇ, ਜਿੱਥੇ ਅੰਦਰ ਜਾਣ ਲਈ ਇੱਕ ਲੰਬੀ ਲਾਈਨ ਲੱਗੀ ਹੋਈ ਸੀ। ਇਸ ਲਾਈਨ 'ਚ ਬੜੇ ਆਰਾਮ ਨਾਲ ਇੱਕ ਖਾਸ ਡਿਸਿਪਲਿਨ 'ਚ ਲੋਕੀ ਖੜ੍ਹੇ ਉਹ ਸਟੂਡੀਓ ਦਿਖਾਉਣ ਵਾਲੀ ਬੱਸ ਗੱਡੀ ਦੀ ਉਡੀਕ ਕਰ ਰਹੇ ਸਨ, ਜਿਸ 'ਚ ਬੈਠ ਕੇ ਅਸੀਂ ਸਾਰਿਆਂ ਨੇ ਅੰਦਰ ਸਟੂਡੀਓ ਦੇਖਣ ਜਾਣਾ ਸੀ। ਇਹ ਸਟੂਡੀਓ ਇੰਨਾ ਲੰਬਾ ਚੌੜਾ ਅਤੇ ਫੈਲਿਆ ਹੋਇਆ ਕਿ ਆਪਣੇ ਆਪ 'ਚ ਇੱਕ ਵੱਡਾ ਸ਼ਹਿਰ ਲੱਗਦਾ ਹੈ, ਜਿਹਨੂੰ ਕੋਈ ਵੀ ਆਦਮੀ ਪੈਦਲ ਤੁਰ ਕੇ ਨਹੀਂ ਦੇਖ ਸਕਦਾ। ਸੋ ਇੱਥੇ ਖਾਸ ਕਿਸਮ ਦੀਆਂ ਬੱਸ ਗੱਡੀਆਂ ਹੀ ਸਾਰਾ ਸਟੂਡੀਓ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਘੁਮਾ ਫਿਰਾ ਕੇ ਦਿਖਾਉਂਦੀਆਂ। ਰਸਤੇ 'ਚ ਯਾਤਰੀਆਂ ਨੂੰ ਇਹਨਾਂ ਬੱਸ ਗੱਡੀਆਂ ਵਿੱਚੋਂ ਉਤਾਰ ਕੇ ਕਿਧਰੇ ਬੱਸ ਗੱਡੀ ਦੇ ਅੰਦਰ ਬੈਠਿਆਂ ਹੀ ਬਹੁਤ ਕੁਝ ਦਿਖਾ ਦਿੱਤਾ ਜਾਂਦਾ ਹੈ। ਮੌਸਮ ਬਹੁਤ ਸੁਹਾਵਣਾ ਸੀ, ਕੋਈ ਖਾਸ ਠੰਡ ਨਹੀਂ ਸੀ ਪੈ ਰਹੀ। ਲੋਕਾਂ ਨੇ ਸਿਰਫ ਸਵੈਟਰ ਹੀ ਪਹਿਨੇ ਹੋਏ ਸੀ। ਕਿਸੇ ਟਾਵੇਂ ਬੰਦੇ ਨੇ ਕੋਟ ਪਹਿਨ ਰੱਖਿਆ ਸੀ। ਰੰਗ ਬਿਰੰਗੇ ਕੱਪੜਿਆਂ 'ਚ ਬੱਚੇ, ਬੁੱਢੇ ਅਤੇ ਜਵਾਨ ਸਭ ਬਹੁਤ ਖੁਸ਼ੀ ਅੰਦਰ ਜਾਣ ਲਈ ਇੱਕ ਤ੍ਰਿਕੋਣੀ ਜਿਹੀ ਬਣੀ ਲਾਈਨ 'ਚ ਖੜ੍ਹੇ ਬੱਸ ਗੱਡੀ ਦੀ ਉਡੀਕ ਕਰ ਰਹੇ ਸਨ। ਇੰਨੇ 'ਚ ਇੱਕ ਜੋਕਰ ਨੇ ਆ ਕੇ ਬੱਚਿਆਂ ਨਾਲ ਹੱਥ ਮਿਲਾਉਣਾ ਸ਼ੁਰੂ ਕਰ ਦਿੱਤਾ। ਬੱਚੇ ਬੜੇ ਖੁਸ਼ ਹੋਏ, ਵੱਡੇ ਵੀ ਇਸ ਖੁਸ਼ੀ 'ਚ ਸ਼ਾਮਲ ਸਨ। ਅਸਲ ਵਿੱਚ ਇਹ ਜੋਕਰ ਸਟੂਡੀਓ ਵੇਖਣ ਆਏ ਯਾਤਰੀਆਂ ਨੂੰ ਵੈਲਕਮ ਕਹਿਣ ਲਈ ਆਇਆ ਸੀ ਅਤੇ ਉੱਥੋਂ ਦੀ ਭਾਸ਼ਾ 'ਚ ਇਹਨੂੰ ਕਲਾਊਨ ਕਿਹਾ ਜਾਂਦਾ ਹੈ। ਇਸ ਜੋਕਰ ਨੇ ਕਾਸ਼ਨੀ ਰੰਗ ਦੀ ਇੱਕ ਮਸ਼ਕ ਪਹਿਨ ਕੇ ਸਾਰੇ ਮੂੰਹ ਉੱਤੇ ਮੇਕਅਪ ਕੀਤਾ ਹੋਇਆ ਸੀ। ਦੇਖਣ ਵਾਲੇ ਨੂੰ ਉਹਦੀਆਂ ਅਸਲੀ ਅੱਖਾਂ ਕਿਧਰੇ ਵੀ ਨਜ਼ਰ ਨਹੀਂ ਸੀ ਆ ਰਹੀਆਂ। ਪਤਾ ਨਹੀਂ ਉਹ ਕਿੱਥੋਂ ਦੀ ਦੇਖ ਕੇ ਬੱਚਿਆਂ ਨੂੰ ਹੈਲੋ ਕਰਦਾ ਸੀ ਅਤੇ ਉਹਨਾਂ ਨਾਲ ਲੰਬੀ ਲਾਈਨ 'ਚ ਹੱਥ ਮਿਲਾਉਂਦਾ ਚੱਲਿਆ ਜਾ ਰਿਹਾ ਸੀ। ਹੈਵ ਅ ਨਾਈਸ ਡੇ, ਹੈਵ ਅ ਨਾਈਸ ਟਾਈਮ ਕਹਿੰਦਾ ਉਹ ਅੱਗੇ ਵੱਧਦਾ ਸਾਰਿਆਂ ਦਾ ਵੈਲਕਮ ਕਰ ਰਿਹਾ ਸੀ। ਉਹਦੇ ਇਸ ਨਿੱਘੇ ਸਵਾਗਤ ਕਾਰਨ ਚਿੰਤਾ ਹੀ ਨਾ ਰਹੀ ਕਿ ਅਸੀਂ ਲੰਬੀ ਲਾਈਨ 'ਚ ਖੜ੍ਹੇ ਬੱਸ ਗੱਡੀ ਦੀ ਉਡੀਕ ਕਰ ਰਹੇ ਹਾਂ। ਬੱਚੇ ਲਾਈਨ 'ਚੋਂ ਨਿਕਲ ਉਸ ਮੋਹ ਭਰੇ ਜੋਕਰ ਨਾਲ ਸ਼ੇਕ ਹੈਂਡ ਕਰ ਰਹੇ ਸਨ। ਇੰਨੇ 'ਚ 4 ਡੱਬਿਆਂ ਦੀ ਇੱਕ ਲੰਬੀ ਬੱਸ ਗੱਡੀ ਸਾਡੇ ਸਾਹਮਣੇ ਆ ਖੜ੍ਹੀ ਹੋਈ। ਸਾਰੇ ਵਾਰੀ ਉਸ 'ਚ ਚੜ੍ਹਨ ਲੱਗ ਪਏ ਅਤੇ ਗੱਡੀ ਦਾ ਚਾਲਕ ਮਾਈਕ ਰਾਹੀਂ ਯਾਤਰੂਆਂ ਨੂੰ ਸਟੂਡੀਓ ਦੇ ਅੰਦਰਲੇ ਸਫ਼ਰ ਲਈ ਹਦਾਇਤਾਂ ਦੇ ਰਿਹਾ ਸੀ। ਮਿੰਟਾਂ ਵਿੱਚ ਹੀ 4 ਦੇ 4 ਡੱਬੇ ਦਰਸ਼ਕਾਂ ਨਾਲ ਪੂਰੀ ਤਰ੍ਹਾਂ ਭਰ ਗਏ। ਸਹਾਇਤਾ ਕਰਤਿਆਂ ਨੇ ਗੱਡੀ ਨੂੰ ਇਉਂ ਬੰਦ ਕਰ ਦਿੱਤਾ ਜਿਵੇਂ ਅਸੀਂ ਕਿਸੇ ਮੇਲੇ 'ਚ ਲੱਗੇ ਚੰਡੋਲ 'ਚ ਝੂਟੇ ਲੈਣ ਲਈ ਬੈਠੇ ਹਾਂ। ਫਿਰ ਬੱਸ ਗੱਡੀ ਦੇ ਚਾਲਕ ਨੇ ਸਾਨੂੰ ਇਸ ਯੂਨੀਵਰਸਲ ਸਟੂਡੀਓ ਦੀ ਸੰਖੇਪ ਜਿਹੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਯੂਨੀਵਰਸਲ ਸਟੂਡੀਓ ਲਗਭਗ 1850 ਦੇ ਕਰੀਬ ਵਜੂਦ 'ਚ ਆਇਆ ਸੀ, ਪਰ ਉਸ ਸਮੇਂ ਦੀ ਸ਼ਕਲ ਇਹ ਨਹੀਂ ਸੀ। ਨਾ ਹੀ ਇਸ ਤਰ੍ਹਾਂ ਦੀਆਂ ਅੱਜ ਵਰਗੀਆਂ ਫਿਲਮਾਂ ਇੱਥੇ ਤਿਆਰ ਹੁੰਦੀਆਂ ਸਨ। ਸਗੋਂ ਉਦੋਂ ਇੱਥੇ ਪਹਿਲਾਂ ਸਟੇਜ ਉੱਤੇ ਹੀ ਕੰਮ ਹੁੰਦਾ ਸੀ। ਫਿਰ ਥੋੜ੍ਹੇ ਚਿਰ ਪਿੱਛੋਂ ਮੂਕ ਫਿਲਮਾਂ ਸਭ ਤੋਂ ਪਹਿਲਾਂ ਇੱਥੇ ਹੀ ਬਣਾਈਆਂ ਗਈਆਂ। ਬੋਲਦੀਆਂ ਚੱਲਦੀਆਂ ਫਿਲਮਾਂ ਤਾਂ ਪਿੱਛੋਂ ਬਣਨ ਲੱਗੀਆਂ ਸੀ। ਉਹਨੇ ਸਾਨੂੰ ਉਹਨਾਂ ਐਕਟਰਾਂ ਦੇ ਨਾਂ ਵੀ ਦੱਸੇ ਜਿਨ੍ਹਾਂ ਦੀ ਹਿੰਮਤ ਨਾਲ ਸਭ ਤੋਂ ਪਹਿਲਾਂ ਇੱਥੇ ਸਟੂਡੀਓ ਬਣਾਉਣ ਦਾ ਉੱਦਮ ਕੀਤਾ ਗਿਆ। ਵੱਡੇ
ਵੱਡੇ ਵੱਡੇ ਆਕਾਰਾਂ 'ਚ ਇਹਨਾਂ ਕਲਾਕਾਰਾਂ ਦੀਆਂ ਤਸਵੀਰਾਂ ਵੀ ਲੱਗੀਆਂ ਹੋਈਆਂ ਸਾਨੂੰ ਦਿਖਾਈਆਂ ਗਈਆਂ। ਇੰਨੇ 'ਚ ਇੱਕ ਫਰਲਾਂਗ ਦੀ ਦੂਰੀ 'ਤੇ ਜਾ ਕੇ ਸਾਨੂੰ ਮੋਟਰ ਵਿੱਚੋਂ ਉਤਰਨ ਲਈ ਕਿਹਾ ਗਿਆ। ਇੱਕ ਪੁਆਇੰਟ ਉੱਤੇ ਇਕੱਠੇ ਹੋਣ ਪਿੱਛੋਂ ਚਾਲਕ ਨੇ ਸਾਨੂੰ ਇੱਕ ਹੋਰ ਐਕਟਰ ਨਾਲ ਮਿਲਾਇਆ, ਜਿਹਨੇ ਅੱਗੋਂ ਸਾਨੂੰ ਸਾਰਾ ਸਟੂਡੀਓ ਵਿਖਾਉਣਾ ਸੀ, ਜਿਹਦਾ ਨਾਂ ਸਪੈਂਸਰ ਸੀ। ਹੁਣ ਅਸੀਂ ਸਪੈਂਸਰ ਦੇ ਪਿੱਛੇ ਪਿੱਛੇ ਪੈਦਲ ਚੱਲ ਰਹੇ ਸੀ। ਕਿੰਨਾ ਹੀ ਕੁਝ ਮੂਕ ਫਿਲਮਾਂ ਬਾਰੇ ਦੇਖਦੇ ਦੇਖਦੇ ਅਸੀਂ ਇੱਕ ਵੱਡੇ ਸਾਰੇ ਹਾਲ 'ਚ ਦਾਖਲ ਹੋਏ। ਸਪੈਂਸਰ ਨੇ ਸਾਨੂੰ ਉਸ ਹਾਲ 'ਚ ਪੌੜੀਆਂ ਨੁਮਾ ਬਣੀਆਂ ਹੋਈਆਂ ਸੀਟਾਂ ਉੱਤੇ ਬੈਠਣ ਲਈ ਕਿਹਾ। ਫਿਰ ਉਹਨੇ ਆਪ ਸਾਹਮਣੀ ਸਟੇਜ ਜਿਹੀ ਉੱਤੇ ਜਾ ਕੇ 2-3 ਬਟਨ ਦਬਾ ਦਿੱਤੇ। ਸਕਿੰਟਾਂ ਵਿੱਚ ਹੀ ਸਾਰੇ ਹਾਲ 'ਚ ਰਾਤ ਦਾ ਹਨੇਰਾ ਛਾ ਗਿਆ। ਤਾਰੇ ਨਿਕਲ ਆਏ। 2 ਪੁਲਾੜ ਯਾਤਰੀ ਉੱਪਰ ਪੁਲਾੜ 'ਚ ਚੰਦਰਮਾ ਦੀ ਪਰਿਕਰਮਾ ਕਰਦੇ ਹੋਏ ਸਾਨੂੰ ਨਜ਼ਰ ਆਉਣ ਲੱਗੇ। ਬਿਲਕੁਲ ਉਵੇਂ ਜਿਵੇਂ ਸੱਚਮੁੱਚ ਦੇ ਪੁਲਾੜ ਯਾਤਰੀ ਅਸੀਂ ਕਈ ਵਾਰੀ ਅਮਰੀਕਾ ਤੇ ਰੂਸ ਵੱਲੋਂ ਭੇਜੇ ਜਾਂਦੇ ਦਿੱਲੀ ਟੀਵੀ ਦੀਆਂ ਖਬਰਾਂ 'ਚ ਵੇਖੇ ਸਨ। ਨਾਲ ਹੀ ਨਾਲ ਇਹਨਾਂ ਬਾਰੇ ਕਮੈਂਟਰੀ ਵੀ ਸੁਣਾਈ ਜਾ ਰਹੀ ਸੀ। 7-8 ਮਿੰਟਾਂ ਵਿੱਚ ਇਹ ਸਭ ਕੁਝ ਦਿਖਾਉਂਦਿਆਂ ਜਦੋਂ ਮੁੜ ਰੌਸ਼ਨੀ ਕੀਤੀ ਗਈ ਤਾਂ ਉਹਨਾਂ ਪੁਲਾੜ ਯਾਤਰੀਆਂ ਨਾਲ ਬੰਨੇ ਕਿੰਨੇ ਹੀ ਬਰੀਕ ਧਾਗੇ ਸਾਨੂੰ ਨਜ਼ਰ ਆਏ, ਜੋ ਕੈਮਰੇ ਦੀ ਅੱਖ ਨੇ ਛੁਪਾ ਰੱਖੇ ਸਨ। ਝੱਟ ਉਹ ਪੁਲਾੜ ਯਾਤਰੀ ਮੁੜ ਹਵਾ 'ਚ ਝੂਲਦੇ ਇੱਕ ਵੱਡੇ ਸਾਰੇ ਚੁਬਾਰੇ ਜਿਹੇ 'ਚ ਜਾ ਲੁਕੇ। ਸਾਨੂੰ ਇਹ ਸਭ ਕੁਝ ਵੇਖ ਕੇ ਬਹੁਤ ਖੁਸ਼ੀ ਹੋਈ। ਫਿਲਮਾਂ ਵਿੱਚ ਜਦੋਂ ਅਸੀਂ ਕਦੇ ਪੁਲਾੜ ਯਾਤਰੀਆਂ ਨੂੰ ਦੇਖਦੇ ਹਾਂ ਤਾਂ ਉਹਨਾਂ ਬਾਰੇ ਬਹੁਤ ਕੁਝ ਸੋਚਦੇ ਹਾਂ ਕਿ ਕਿਵੇਂ ਕੀਤਾ ਹੋਏਗਾ ਉਹਨਾਂ ਨੇ ਇਹ ਸਭ ਕੁਝ, ਪਰ ਇੱਥੇ ਆ ਕੇ ਇਹ ਸਭ ਬੜਾ ਆਸਾਨ ਦਿਖਾਈ ਦੇ ਰਿਹਾ ਸੀ, ਜੋ ਅਸਲ 'ਚ ਆਸਾਨ ਕੁਝ ਨਹੀਂ ਸੀ। ਸੱਚਮੁੱਚ ਇਹ ਬਹੁਤ ਮੁਸ਼ਕਿਲ ਕੰਮ ਸੀ। ਇਸ ਸਾਰੇ ਕਾਰਜ ਦੇ ਪਿੱਛੇ ਵੱਡੇ ਵੱਡੇ ਦਿਮਾਗ ਕੰਮ ਕਰ ਰਹੇ ਹੁੰਦੇ ਹਨ ਤੇ ਕਿੰਨੇ ਹੀ ਕੰਪਿਊਟਰ ਵੀ। ਇਹ ਸਭ ਦੇਖਣ ਪਿੱਛੋਂ ਮੁੜ ਅਸੀਂ ਚਾਲਕ ਕੋਲ ਆ ਕੇ ਬੱਸ ਗੱਡੀ ਦੇ ਡੱਬਿਆਂ 'ਚ ਆਪਣੀ ਆਪਣੀ ਸੀਟ ਉੱਤੇ ਬੈਠ ਗਏ ਸੀ। ਸਪੈਂਸਰ ਤੇ ਚਾਲਕ ਦੋਵੇਂ ਰਾਹ 'ਚ ਹਰ ਥਾਂ ਬਾਰੇ, ਹਰ ਥਾਂ ਦੀ ਸ਼ੂਟਿੰਗ ਵੇਲੇ ਦੀ ਖਾਸੀਅਤ ਬਾਰੇ ਸਾਨੂੰ ਸਮਝਾ ਰਹੇ ਸਨ। ਅੱਗੇ ਜਾ ਕੇ ਸੜਕ ਦੇ ਦੋਹੀਂ ਪਾਸੇ ਉੱਗੀਆਂ ਸੰਘਣੀਆਂ ਝਾੜੀਆਂ 'ਚ ਇੱਕ ਛੋਟਾ ਜਿਹਾ ਹੈਲੀਕਾਪਟਰ ਡਿੱਗਿਆ ਪਿਆ ਸੀ। ਉੱਪਰ ਦਰਖਤਾਂ ਤੇ ਝਾੜੀਆਂ 'ਚ ਲੱਗੇ ਕੈਮਰਿਆਂ ਰਾਹੀਂ ਇਸੇ ਨੂੰ ਫਿਲਮਾਂ ਵਿੱਚ ਉੱਪਰੋਂ ਆਕਾਸ਼ 'ਚੋਂ ਡਿੱਗਦਿਆਂ ਦਿਖਾ ਕੇ ਬਰਬਾਦ ਹੋਇਆ ਜਹਾਜ਼ ਦਿਖਾ ਦਿੰਦੇ ਹਨ। ਸਪੈਂਸਰ ਨੇ ਅਚੰਭੇ ਭਰਿਆ ਇਹ ਰਹੱਸ ਸਾਨੂੰ ਦੱਸਿਆ ਤਾਂ ਅਸੀਂ ਬੜੇ ਹੈਰਾਨ ਹੋਏ। ਅੱਗੇ ਜਾ ਕੇ ਇੱਕ ਨਦੀ ਦੇ ਪੁਲ ਉੱਤੋਂ ਸਾਡੀ ਬੱਸ ਗੱਡੀ ਲੰਘ ਰਹੀ ਸੀ। ਦੋਹਾਂ ਪਾਸੇ ਪਾਣੀ ਪਾਣੀ, ਜਿਵੇਂ ਸਮੁੰਦਰ ਹੋਵੇ। ਇਸ ਪੁਲ ਉੱਤੋਂ ਲੰਘਦਿਆਂ ਗੱਡੀ ਇਉਂ ਹਚਕੋਲੇ ਖਾਣ ਲੱਗੀ ਜਿਵੇਂ ਹੁਣੇ ਪਾਣੀ 'ਚ ਡਿੱਗੇ ਕਿ ਡਿੱਗੇ। ਪਰ ਅਸਲ 'ਚ ਸਟੂਡੀਓ ਦੀ ਹੀ ਕਰਾਮਾਤ ਸੀ। ਪਾਣੀ ਦੇ ਭਿਆਨਕ ਜਾਨਵਰਾਂ ਦੀਆਂ ਖੌਫਨਾਕ ਆਵਾਜ਼ਾਂ ਨਾਲ ਇੱਕ ਵਾਰੀ ਤਾਂ ਸਾਰੇ ਦਰਸ਼ਕਾਂ ਦਾ ਦਿਲ ਦਹਿਲ ਗਿਆ। ਵੱਡੇ ਵੱਡੇ ਜਬਾੜਿਆਂ ਵਾਲੇ ਮਗਰਮੱਛ, ਇੱਕ ਪੂਰੇ ਗੱਡੇ ਜਿੱਡੇ ਲੰਬੇ ਚੌੜੇ ਮਗਰਮੱਛ ਨੇ ਤਾਂ ਸਾਡੀ ਗੱਡੀ ਵੱਲ ਪੁਲ ਤੋਂ ਲੰਘਣ ਵੇਲੇ ਆਪਣਾ ਮੂੰਹ ਇਉਂ ਅੱਡਿਆ ਜਿਵੇਂ ਪੂਰੇ ਦਾ ਪੂਰਾ ਡੱਬਾ ਹੀ ਆਪਣੇ ਅੰਦਰ ਲੰਘਾ ਜਾਏਗਾ। ਪਰ ਜਦੋਂ ਅਸੀਂ ਉਸ ਡਰਾਣੀ ਥਾਂ ਤੋਂ ਅੱਗੇ ਲੰਘ ਆਏ ਤਾਂ ਸਪੈਂਸਰ ਨੇ ਦੱਸਿਆ, ਇਹ ਸਭ ਜਾਨਵਰ ਬਨਾਵਟੀ ਹਨ ਤੇ ਰਬੜ ਦੇ ਬਣੇ ਹਨ। ਬਸ ਇਹਨਾਂ ਦੀਆਂ ਆਵਾਜ਼ਾਂ ਹੀ ਜੋ ਗਰਜਦੀਆਂ ਹਨ ਉਹ ਅਸਲੀ ਹਨ। ਪੁਲ ਪਾਰ ਕਰਦਿਆਂ ਹੀ ਅਸੀਂ ਇਸ ਬਨਾਵਟੀ ਸਮੁੰਦਰ 'ਚ ਤੈਰਦੀ ਇੱਕ ਬੇੜੀ 'ਚ ਬੈਠੇ ਇੱਕ ਆਦਮੀ ਨੂੰ ਮੱਛੀਆਂ ਫੜਦੇ ਵੇਖਿਆ। ਅਸਲ 'ਚ ਇਹ ਇੱਕ ਸਮੁੰਦਰੀ ਸਮਗਲਰ ਸੀ, ਜੋ ਇੱਧਰ ਦਾ ਮਾਲ ਉੱਧਰ ਤੇ ਉੱਧਰ ਦਾ ਮਾਲ ਇੱਧਰ ਪਹੁੰਚਾਉਂਦਾ ਸੀ। ਦੇਸ਼ ਦੀ ਪੁਲਿਸ ਨੇ ਇਸੇ ਤੇ ਠਾਹ ਸਟੇਨ ਗਨਾਂ ਦੀਆਂ ਗੋਲੀਆਂ ਨਾਲ ਹਮਲਾ ਕਰ ਦਿੱਤਾ, ਪਰ ਸਭ ਬੇਕਾਰ। ਸਮਗਲਰ ਮਾਚੀ ਆਪਣੀ ਪਣਡੁੱਬੀ ਸਮੇਤ ਪਾਣੀ ਦੀ ਸਤ੍ਹਾ ਹੇਠ ਜਾ ਛੁਪਿਆ। ਪਿੱਛੋਂ ਜਦੋਂ ਅਸੀਂ ਫੇਰ ਮੁੜ ਕੇ ਉਸ ਸਮੁੰਦਰ ਵੱਲ ਝਾਤੀ ਮਾਰੀ ਤਾਂ ਉਹ ਬਨਾਵਟੀ ਕਿਸ਼ਤੀ ਚਲਾਉਂਦਾ ਸਮਗਲਰ ਉੱਥੇ ਹੀ ਆਪਣੀ ਕਿਸ਼ਤੀ 'ਚ ਬੈਠਾ ਮੱਛੀਆਂ ਫੜ ਰਿਹਾ ਸੀ, ਜੋ ਨਕਲੀ ਹੁੰਦਿਆਂ ਹੋਇਆਂ ਵੀ ਸਾਨੂੰ ਅਸਲੀ ਆਦਮੀ ਦਾ ਭੁਲੇਖਾ ਪਾ ਰਿਹਾ ਸੀ। ਸਮੁੰਦਰੀ ਕਾਰਨਾਮੇ ਦੇਖਣ ਪਿੱਛੋਂ ਸਾਡੀ ਬੱਸ ਗੱਡੀ ਹੁਣ ਇੱਕ ਬਹੁਤ ਹੀ ਟੁੱਟੇ ਜਿਹੇ ਰੇਲ ਦੇ ਪੁਲ ਉੱਤੋਂ ਲੰਘ ਰਹੀ ਸੀ। ਘਣੇ ਜੰਗਲ 'ਚ ਰੇਲ ਦੀ ਪਟੜੀ ਉੱਤੇ ਬਣਿਆ ਇਹ ਪੁਲ ਬਿਲਕੁਲ ਹੀ ਖਸਤਾ ਹਾਲਤ 'ਚ ਦਿਖਾਈ ਦੇ ਰਿਹਾ ਸੀ, ਜਿਸ ਉੱਤੇ ਯਾਤਰੂਆਂ ਦੇ ਭਰੇ ਚਾਰੇ ਡੱਬੇ ਲੰਘਣੇ ਸਨ। ਇਸ ਪੁਲ ਉੱਤੇ ਜਾਂਦਿਆਂ ਹੀ ਕਈ ਯਾਤਰੂਆਂ ਦੇ ਦਿਲ ਤੱਕ ਗੱਡੀ ਦੇ ਇੰਜਣ ਵਾਂਗ ਵੱਜਣ ਲੱਗੇ। ਇਹ ਪੁਲ ਐਸੀ ਹਾਲਤ ਵਿੱਚ ਸੀ ਜਿਵੇਂ ਹੁਣੇ ਟੁੱਟ ਕੇ ਹੇਠਾਂ ਡਿੱਗਿਆ ਕਿ ਡਿੱਗਿਆ। ਪੁਲ ਦੇ ਹੇਠਲੇ ਸਾਰੇ ਸ਼ਤੀਰ, ਬਾਲੇ, ਗਾਡਰ ਆਦਿ ਆਪਣੀ ਆਪਣੀ ਥਾਂ ਤੋਂ ਹਿੱਲੇ ਹੋਏ ਨਜ਼ਰ ਆ ਰਹੇ ਸਨ। ਹੇਠਾਂ ਭਾਰਤ ਵਿੱਚ ਅੰਬਾਲੇ ਦੇ ਰਾਹ 'ਚ ਆਉਂਦੀ ਘੱਗਰ ਨਦੀ ਵਰਗੀ ਬਰੇਤੀ ਭਰੀ ਨਦੀ ਸੀ, ਇਹ ਜਿਹਦੇ ਦੁਆਲੇ ਕੰਡੇਦਾਰ ਝਾੜੀਆਂ ਉੱਗੀਆਂ ਹੋਈਆਂ ਸਨ। ਪਰ ਉਸ ਪੁਲ ਉੱਤੇ ਬੱਸ ਗੱਡੀ ਦੇ ਚਾਰੇ ਡੱਬੇ, ਜੋ ਘੱਟ ਤੋਂ ਘੱਟ 200 ਯਾਤਰੀਆਂ ਨਾਲ ਤਾਂ ਜ਼ਰੂਰ ਭਰੇ ਸੀ, ਫਟਾਫਟ ਲੰਘ ਗਏ। ਰਸਤੇ 'ਚ ਪੁਲ ਟੁੱਟਿਆ, ਹੇਠਾਂ ਡੂੰਘੀ ਖਾਈ ਤੱਕ ਲਿਫਿਆ ਪਿਆ ਸੀ, ਪਰ ਮੁੜ ਉਸੇ ਤਰ੍ਹਾਂ ਠੀਕ ਠਾਕ ਹੋ ਗਿਆ ਜਿਵੇਂ ਪਹਿਲਾਂ ਆਪਣੀ ਥਾਂ 'ਤੇ ਖੜਾ ਸੀ। ਸਾਰੇ ਯਾਤਰੂ ਜਿਵੇਂ ਨਦੀ 'ਚ ਡਿੱਗਦੇ ਡਿੱਗਦੇ ਮਸਾਂ ਬਚੇ ਹੋਣ। ਇਹ ਅਚੰਭਾ ਦੇਖਣ ਪਿੱਛੋਂ ਅਸੀਂ ਸਾਰੇ ਖਿੜਖੜਾ ਕੇ ਖੂਬ ਹੱਸੇ। ਅਸਲ 'ਚ ਉੱਥੇ ਐਸਾ ਕੁਝ ਵੀ ਨਹੀਂ ਸੀ। ਇਹ ਸਭ ਫਿਲਮਾਂ ਦੀ ਸ਼ੂਟਿੰਗ ਲਈ ਬਣਾਇਆ ਹੋਇਆ ਪੁਲ ਸੀ। ਇਸ ਪੁਲ ਦੇ ਆਲੇ ਦੁਆਲੇ ਤਾਰਾਂ ਤੇ ਦਰਖਤਾਂ ਨਾਲ ਕਿੰਨੇ ਕੈਮਰੇ ਬੰਨੇ ਸੀ, ਜਿਨ੍ਹਾਂ ਰਾਹੀਂ ਕਿਸੇ ਵੀ ਰੇਲ ਗੱਡੀ ਦੇ ਐਕਸੀਡੈਂਟ ਦੀ ਘਟਨਾ ਫਿਲਮਾਉਣੀ ਹੁੰਦੀ ਹੈ।
ਅੱਗੇ ਜਾ ਕੇ ਅਸੀਂ ਸਾਰੇ ਦਰਸ਼ਕ ਸਿਰਫ ਯੂਨੀਵਰਸਲ ਸਿਟੀ ਹੀ ਨਹੀਂ ਸੀ ਦੇਖ ਰਹੇ, ਸਗੋਂ ਇਸ ਯੂਨੀਵਰਸਲ ਸਿਟੀ ਦੇ ਅੰਦਰ ਹੀ ਬਣੇ ਅਮਰੀਕਾ ਦੇ ਕਈ ਹੋਰ ਸ਼ਹਿਰ ਵੀ ਦੇਖ ਰਹੇ ਸੀ, ਜਿਵੇਂ ਨਿਊਯਾਰਕ ਦੀਆਂ ਵੱਡੀਆਂ ਵੱਡੀਆਂ ਆਕਾਸ਼ ਨੂੰ ਹੱਥ ਲਾਉਂਦੀਆਂ ਸ਼ੀਸ਼ੇ ਵਰਗੇ ਮੈਟਲ ਦੀਆਂ ਬਣੀਆਂ ਹੋਈਆਂ ਬਿਲਡਿੰਗਾਂ, ਸਨ ਫਰਾਂਸਿਸਕੋ ਦਾ ਖੂਬਸੂਰਤ ਸ਼ਹਿਰ, ਇੱਥੋਂ ਤੱਕ ਕਿ ਇੰਗਲੈਂਡ ਦੀ ਰਾਜਧਾਨੀ ਲੰਦਨ ਵੀ ਹੂਬਹੂ ਉੱਥੇ ਅਸਲੀ ਲੱਗਦੀ ਸੀ। ਮੂੰਹੋਂ ਬੋਲਦੇ ਬਾਜ਼ਾਰ, ਬਾਜ਼ਾਰਾਂ ਵਿਚਲੇ ਦਫ਼ਤਰ, ਕੈਫੇ, ਪੈਟਰੋਲ ਪੰਪ, ਭੀੜੀਆਂ ਸੜਕਾਂ ਉੱਤੇ ਪਿਆ ਕੂੜਾ, ਫੈਕਟਰੀਆਂ 'ਚੋਂ ਨਿਕਲਦਾ ਧੂੰਆਂ ਆਦਿ ਨਕਲੀ ਹੁੰਦਾ ਹੋਇਆ ਵੀ ਅਸਲ ਨੂੰ ਮਾਤ ਪਾ ਰਿਹਾ ਸੀ। ਹੁਣ ਦਿਨ ਦੇ 12 ਵੱਜਣ ਵਾਲੇ ਸਨ। ਚਾਲਕ ਨੇ ਸਟੂਡੀਓ ਵਿੱਚ ਬਣੇ ਇੱਕ ਅਸਲੀ ਕੈਫੇਟੇਰੀਆ 'ਚ ਚਾਹ ਪਾਣੀ ਪੀਣ ਲਈ ਬੱਸ ਗੱਡੀ ਰੋਕ ਦਿੱਤੀ। ਇਹ ਕੈਫੇ ਸਿਰਫ ਯਾਤਰੂਆਂ ਲਈ ਹੀ ਨਹੀਂ ਸੀ, ਸਗੋਂ ਇਹ ਵੀ ਫਿਲਮ ਸਟੂਡੀਓ ਦੀ ਵਰਤੋਂ ਲਈ ਹੀ ਬਣਾਇਆ ਹੋਇਆ ਸੀ। ਪਰ ਜਦੋਂ ਇੱਥੇ ਕੋਈ ਸ਼ੂਟਿੰਗ ਵਗੈਰਾ ਨਹੀਂ ਹੁੰਦੀ ਤਾਂ ਆਮ ਯਾਤਰੂ ਇੱਥੇ ਆ ਕੇ ਚਾਹ ਕਾਫੀ ਪੀ ਸਕਦੇ ਆ। ਇਸੇ ਕੈਫੇ ਵਿੱਚ ਇੱਕ ਅਸਲੀ ਸ਼ਾਪਿੰਗ ਸੈਂਟਰ ਵੀ ਬਣਿਆ ਹੋਇਆ ਹੈ। ਇਹ ਕੈਫੇਟੇਰੀਆ ਬਹੁਤ ਉੱਚੀ ਥਾਂ ਉੱਤੇ ਸਥਿਤ ਹੈ। ਇੱਥੇ ਬੈਠ ਕੇ ਸਾਰਾ ਲਾਸ ਏਂਜਲਸ ਸ਼ਹਿਰ ਬਹੁਤ ਖੂਬਸੂਰਤ ਦਿਖਾਈ ਦਿੰਦਾ ਹੈ। ਫ੍ਰੀਵੇ ਉੱਤੇ ਦੌੜਦੀਆਂ ਮੋਟਰਾਂ ਕਤਾਰਾਂ ਬੰਨੀ ਚੱਲਦੀਆਂ ਨਿੱਕੀਆਂ ਨਿੱਕੀਆਂ ਕੀੜੀਆਂ ਵਾਂਗ ਨਜ਼ਰ ਆਉਂਦੀਆਂ। ਕੈਫੇ ਦੇ ਹੇਠਾਂ ਇੱਕ ਵੱਡਾ ਕੋਈ 12 ਫੁੱਟ ਦੇ ਗੋਲ ਦਾਇਰੇ ਦਾ ਲੰਬਾ ਚੌੜਾ ਟੈਲੀਫੋਨ ਬਣਿਆ ਹੋਇਆ। ਇਸੇ ਤਰ੍ਹਾਂ ਇੱਕ ਪੂਰੀ ਦੀ ਪੂਰੀ ਮੋਟਰ, ਪਰ ਹਲਕੀ ਇੰਨੀ ਕਿ ਇੱਕੋ ਬੰਦਾ ਉਹਨੂੰ ਬੜੀ ਆਸਾਨੀ ਨਾਲ ਹਿਲਾ ਡੁਲਾ ਸਕਦਾ ਹੈ। ਇਸੇ ਤਰ੍ਹਾਂ ਪੁਰਾਣੇ ਸਮਿਆਂ ਦੀ ਇੱਕ ਬੱਗੀ ਵੀ ਉੱਥੇ ਖੜੀ ਕੀਤੀ ਹੋਈ ਸੀ, ਜਿਸ 'ਚ ਬੈਠ ਕੇ ਦਰਸ਼ਕ ਫੋਟੋਆਂ ਖਿਚਾ ਰਹੇ ਸਨ। ਇਸ ਤੋਂ ਇਲਾਵਾ ਕਿੰਨੀਆਂ ਹੀ ਹੋਰ ਅਦਭੁਤ ਚੀਜ਼ਾਂ ਉੱਥੇ ਪਈਆਂ ਸਨ, ਜਿਨ੍ਹਾਂ ਨੂੰ ਦੇਖ ਕੇ ਬੜੀ ਹੈਰਾਨੀ ਹੁੰਦੀ ਸੀ। ਪਰ ਇਹ ਸਭ ਗਾਹੇ ਵਗਾਹੇ ਫਿਲਮਾਂ 'ਚ ਵਰਤੀਆਂ ਜਾਣ ਵਾਲੀਆਂ ਬਹੁਤ ਕੀਮਤੀ ਵਸਤੂਆਂ ਸਨ। 1 ਵਜੇ ਦੇ ਕਰੀਬ ਮੁੜ ਅਸੀਂ ਬੱਸ ਗੱਡੀ ਦੀ ਉਡੀਕ ਲਈ ਲਾਈਨ 'ਚ ਆ ਲੱਗੇ। ਮਿੰਟਾਂ 'ਚ ਹੀ ਬੱਸ ਗੱਡੀ ਸਾਡੇ ਸਾਹਮਣੇ ਆ ਖੜੀ ਹੋਈ ਤੇ ਅਸੀਂ ਸਟੂਡੀਓ ਦੀਆਂ ਅਗਲੀਆਂ ਥਾਵਾਂ ਵੇਖਣ ਲਈ ਉਸ 'ਚ ਬੈਠ ਗਏ। ਅੱਗੇ ਜਾ ਕੇ ਸਾਡੀ ਬੱਸ ਗੱਡੀ ਇੱਕ ਜੰਗਲ ਜਿਹੇ 'ਚ ਜਾ ਕੇ ਘਿਰ ਗਈ। ਮਿੰਟਾਂ 'ਚ ਹੀ ਬਾਹਰਲਾ ਮੌਸਮ ਬੱਦਲਬਾਈ ਵਾਲਾ ਬਣ ਗਿਆ। ਬੱਦਲ ਗਰਜੇ, ਬੂੰਦਾਬਾਂਦੀ ਸ਼ੁਰੂ ਹੋ ਗਈ। ਝੱਟ ਛਮ-ਛਮ ਮੀਂਹ ਵਸਣ ਲੱਗ ਪਿਆ। ਬਿਜਲੀ ਕੜਕੀ, ਭਾਰੀ ਤੂਫਾਨ ਆਇਆ। ਹਵਾ 'ਚ ਲਹਿ ਲਹਾਉਂਦੇ ਕਈ ਦਰਖਤ ਜੜ੍ਹਾਂ ਤੋਂ ਉਖੜ ਕੇ ਧਰਤੀ 'ਤੇ ਡਿੱਗ ਪਏ। ਮੀਂਹ ਦੇ ਪਾਣੀ ਨਾਲ ਰਸਤਾ ਚਿੱਕੜੋ ਚਿੱਕੜੀ ਹੋ ਗਿਆ, ਪਰ ਅਸੀਂ ਸਾਰੇ ਉਵੇਂ ਦੇ ਉਵੇਂ ਸੁੱਕੇ ਸੀ। ਸਾਡੇ 'ਤੇ ਨਿੱਕੀ ਨਿੱਕੀ ਫੁਹਾਰ ਜਿਵੇਂ ਜ਼ਰੂਰ ਪਈ, ਪਰ ਅਸੀਂ ਭਿੱਜੇ ਬਿਲਕੁਲ ਨਹੀਂ। ਇਹ ਅੰਧਾ-ਧੁੰਦ ਮੀਂਹ ਸਿਰਫ ਸਾਡੇ ਦਿਖਾਉਣ ਲਈ ਵਰਸਾਇਆ ਗਿਆ ਸੀ, ਜੋ ਸਾਰਾ ਹੀ ਬਨਾਵਟੀ ਸੀ। ਪਿੱਛੋਂ ਦਰਖਤ ਜੋ ਡਿੱਗੇ ਸੀ ਮੁੜ ਉਵੇਂ ਦੇ ਉਵੇਂ ਸਾਡੇ ਦੇਖਦਿਆਂ ਦੇਖਦਿਆਂ ਖੜ੍ਹੇ ਹੋ ਗਏ। ਝੌਂਪੜੀਆਂ ਜੋ ਪਾਣੀ 'ਚ ਢਹਿ ਗਈਆਂ ਸੀ ਮੁੜ ਅੱਖ ਦੇ ਫੋਰ ਵਿੱਚ ਆਪਣੀ ਆਪਣੀ ਥਾਂ ਉੱਤੇ ਜਿਉਂਦੀਆਂ ਤਿਉਂ ਬਣ ਗਈਆਂ। ਸੜਕਾਂ ਜਿਨ੍ਹਾਂ 'ਤੇ ਮਿੰਟਾਂ ਵਿੱਚ ਗੋਡੇ ਗੋਡੇ ਪਾਣੀ ਵਹਿਣ ਲੱਗ ਪਿਆ ਸੀ, ਸਭ ਸਾਫ਼ ਸੁਥਰੀਆਂ ਤੇ ਖੁਸ਼ਕ ਹੋ ਗਈਆਂ ਸੀ। ਹੋਰ ਤਾਂ ਹੋਰ, ਬਾਰਿਸ਼ 'ਚ ਇੱਕ ਨਿੱਕੀ ਜਿਹੀ ਕੁੜੀ ਸੜਕ ਉੱਤੋਂ ਮੀਂਹ 'ਚ ਭਿੱਜਦੀ ਭਿੱਜਦੀ ਸਾਹਮਣੇ ਝੌਂਪੜੀ 'ਚ ਜਾ ਵੜੀ ਸੀ। ਪਿੱਛੋਂ ਪਤਾ ਨਹੀਂ ਉਹ ਕਿੱਧਰੋਂ ਨਿਕਲ ਕੇ ਚਲੀ ਗਈ। ਕਿਸੇ ਨੂੰ ਕੁਝ ਪਤਾ ਨਹੀਂ ਸੀ ਲੱਗਿਆ। ਸੱਚਮੁੱਚ ਇਹ ਸਟੂਡੀਓ ਜਿਸ 'ਚ ਹਰ ਥਾਂ ਮੋਟਰ ਗੱਡੀ ਲੰਘ ਸਕਦੀ ਸੀ, ਬੜੀ ਅਚੰਭੇ ਭਰੀ ਥਾਂ। ਮੁੜ ਬੱਸ ਗੱਡੀ ਦੇ ਚਾਲਕ ਨੇ ਗੱਡੀ ਰੋਕ ਦਿੱਤੀ ਤੇ ਹੁਣ ਸਪੈਂਸਰ ਨੇ ਸਾਰੇ ਯਾਤਰੀਆਂ ਨੂੰ ਖੱਬੇ ਪਾਸੇ ਦੇਖਣ ਲਈ ਕਿਹਾ। ਜਿਉਂ ਹੀ ਅਸੀਂ ਖੱਬੇ ਪਾਸੇ ਮੂੰਹ ਕੀਤਾ, ਸਾਨੂੰ ਇੱਕ ਵੱਡੀ ਸਾਰੀ ਇਮਾਰਤ ਦੇ ਅੰਦਰ ਅੱਗ ਲੱਗੀ ਦਿਖਾਈ ਦਿੱਤੀ, ਜਿਹਦੀਆਂ ਲਾਟਾਂ ਇਮਾਰਤ ਦੀਆਂ ਖਿੜਕੀਆਂ 'ਚੋਂ ਬਾਹਰ ਨਿਕਲ ਕੇ ਬਾਹਰ ਧੂੰਆਂ ਧਾਰ ਕਰ ਰਹੀਆਂ ਸਨ। ਪਰ 5 ਮਿੰਟਾਂ ਵਿੱਚ ਬਿਨਾਂ ਕਿਸੇ ਫਲਾਇੰਗ ਸਕੁਐਡ ਦੇ ਇਹ ਅੱਗ ਬੁਝ ਗਈ। ਸਾਰੀ ਇਮਾਰਤ ਚੰਗੀ ਭਲੀ ਨਜ਼ਰ ਆਉਣ ਲੱਗੀ। ਇਹ ਸਾਰੀ ਕਰਾਮਾਤ ਗੈਸ ਦੀ ਅੱਗ ਨਾਲ ਕੀਤੀ ਗਈ ਸੀ। ਧੰਨ ਹਨ ਉਹ ਦਿਮਾਗ ਜੋ ਇਹਨਾਂ ਸਾਰੀਆਂ ਅਦਭੁਤ ਘਟਨਾਵਾਂ ਦੇ ਪਿੱਛੇ ਕੰਮ ਕਰ ਰਹੇ ਸਨ। ਮੀਂਹ, ਅੱਗ, ਸਮੁੰਦਰ, ਪੁਲਾੜ ਸਭ ਅਸਲੀ ਨਾ ਹੋ ਕੇ ਵੀ ਅਸਲੀ ਲੱਗ ਰਹੇ ਸਨ। ਸੱਚੋ ਸੱਚ ਇਹ ਥਾਂ ਦੁਨੀਆ 'ਚ ਇੱਕ ਵੱਡਾ ਅਜੂਬਾ ਹੈ। ਅੱਗੇ ਜਾ ਕੇ ਸਪੈਂਸਰ ਨੇ ਸਾਨੂੰ ਇੱਕ ਹੋਰ ਹਾਲ ਕਮਰਾ ਦਿਖਾਇਆ, ਜਿਸ 'ਚ ਸਦੀਆਂ ਪੁਰਾਣੀ ਫਿਲਮੀ ਜਾਇਦਾਦ ਰੱਖੀ ਹੋਈ ਸੀ। ਅਜੀਬੋ-ਗਰੀਬ ਪੁਰਾਣੇ ਕਿਸਮ ਦਾ ਸਮਾਨ, ਪੁਰਾਣੇ ਐਕਟਰਾਂ ਦੇ ਬਸਤਰ, ਭੂਸ਼ਣ, ਤਲਵਾਰਾਂ ਤੇ ਹੋਰ ਕਿੰਨਾ ਹੀ ਕੁਝ ਜੋ ਅੱਜ ਵੀ ਪੁਰਾਣੇ ਦ੍ਰਿਸ਼ ਦਿਖਾਉਣ ਵੇਲੇ ਫਿਲਮਾਂ 'ਚ ਬਹੁਤ ਕੰਮ ਆਉਂਦਾ ਹੈ। ਵੱਡੇ ਵੱਡੇ ਪੁਲ, ਸਮੁੰਦਰ, ਜੰਗਲ ਆਦਿ ਤੋਂ ਲੰਘਦੇ ਹੋਏ ਹੁਣ ਅਸੀਂ ਮੁੜ ਬਾਹਰਲੇ ਗੇਟ 'ਤੇ ਪਹੁੰਚ ਗਏ, ਜਿੱਥੇ ਦੂਜੇ ਹੋਰ ਦਰਸ਼ਕਾਂ ਦੀ ਲੰਬੀ ਕਤਾਰ ਲੱਗੀ ਸੀ ਤੇ ਇੱਕ ਦੂਜਾ ਜੋ ਕਰੋਨਾ ਨੂੰ ਵੈਲਕਮ ਆਖ ਰਿਹਾ ਸੀ। ਪਰ ਸਾਡੀ ਇਹ ਯਾਤਰਾ ਜੀ ਪੂਰੀ ਨਹੀਂ ਸੀ ਹੋਈ। ਸਿਰਫ ਬੱਸ ਗੱਡੀ ਰਾਹੀਂ ਦੇਖਣ ਵਾਲੀਆਂ ਥਾਵਾਂ ਹੀ ਅਸੀਂ ਪੂਰੀਆਂ ਦੇਖ ਸਕੇ। ਹੁਣ ਅਸੀਂ ਅਸਲੀ ਸਟੇਜਾਂ ਉੱਤੇ ਟੀਵੀ ਲਈ ਬਣਦੇ ਸ਼ੋਅ ਆਦਿ ਦੇਖਣੇ ਸੀ। ਕਈ ਸ਼ੋਆਂ ਦੇ ਛਪੇ ਹੋਏ ਪ੍ਰੋਗਰਾਮ ਸਾਡੇ ਹੱਥਾਂ 'ਚ ਫੜੇ ਸਨ। ਉਹਨਾਂ 'ਚ ਆਪਣੀ ਆਪਣੀ ਪਸੰਦ ਅਨੁਸਾਰ ਅਸੀਂ ਅੰਦਰ ਅਲੱਗ-ਅਲੱਗ ਹਾਲਾਂ 'ਚ ਹੋ ਰਹੇ ਸ਼ੋਅ ਦੇਖ ਸਕਦੇ ਸੀ। ਜਿਵੇਂ ਇੱਥੇ ਦਿੱਲੀ ਦੇ ਪ੍ਰਗਤੀ ਮੈਦਾਨ 'ਚ ਹਰ ਇੱਕ ਰਾਜ ਦੇ ਆਪਣੇ ਥੀਏਟਰ ਬਣੇ ਹੋਏ ਹਨ, ਉਵੇਂ ਉੱਥੇ ਅਲੱਗ-ਅਲੱਗ ਬੋਲੀਆਂ, ਅਲੱਗ-ਅਲੱਗ ਵੇਸ਼-ਭੂਸ਼ਾਵਾਂ ਵਿੱਚ ਰੰਗ ਤਮਾਸ਼ੇ ਹੁੰਦੇ ਹਨ, ਜਿੱਥੇ 40-40 ਮਿੰਟ ਜਾਂ ਅੱਧੇ-ਅੱਧੇ ਘੰਟੇ ਦੇ ਲਾਈਵ ਪ੍ਰੋਗਰਾਮ ਦਿਖਾਏ ਜਾਂਦੇ ਹਨ ਤੇ ਸਭ
ਉਸੇ ਕਿਰਾਏ ਦੀਆਂ ਟਿਕਟਾਂ 'ਚ ਸ਼ਾਮਲ ਸਨ ਜੋ ਅਸੀਂ ਸ਼ੁਰੂ 'ਚ ਦੇ ਚੁੱਕੇ ਸੀ। ਅੱਗੋਂ ਐਲਨ ਸਾਨੂੰ ਇਹਨਾਂ ਸ਼ੋਆਂ ਬਾਰੇ ਬਹੁਤ ਕੁਝ ਦੱਸਦੀ ਇੱਕ ਲਾਈਵ ਸ਼ੋਅ ਦਿਖਾਉਣ ਲਈ ਇੱਕ ਥੀਏਟਰ 'ਚ ਦਾਖਲ ਹੋਈ ਅਤੇ ਅਸੀਂ ਵੀ ਉਹਦੇ ਪਿੱਛੇ ਪਿੱਛੇ ਹੋ ਤੁਰੇ। ਹੁਣ ਅਸੀਂ ਹੱਥ 'ਚ ਲਏ ਪ੍ਰੋਗਰਾਮ ਅਨੁਸਾਰ ਇੱਕ ਥੀਏਟਰ ਵੱਲ ਨੂੰ ਵਧੇ ਜਿੱਥੇ ਬਾਹਰ ਲਿਖਿਆ ਸੀ ਬਾਰਬਰਾਜ਼ ਸ਼ਾਪ। ਅੰਦਰ ਲੰਘ ਕੇ ਅਸੀਂ ਦੇਖਿਆ ਇੱਥੇ ਕੋਈ ਨਾਈ ਦੀ ਦੁਕਾਨ ਨਹੀਂ ਸੀ, ਸਗੋਂ ਨਾਈ ਦੀ ਦੁਕਾਨ ਉੱਤੇ ਕੀ ਹੁੰਦਾ ਹੈ। ਲੋਕੀ ਗੱਲ-ਗੱਲ 'ਤੇ ਕਿਵੇਂ ਝਗੜਦੇ ਆ, ਮਾਰ ਕੁਟਾਈ ਤੱਕ ਦੀ ਨੌਬਤ ਆ ਜਾਂਦੀ ਹੈ, ਖੂਨ ਖਰਾਬਾ ਹੁੰਦਾ ਹੈ। ਇੱਕ ਡਰਾਮਾ ਅੰਦਰ ਦਿਖਾਇਆ ਜਾ ਰਿਹਾ ਸੀ। ਡਰਾਮੇ ਦੇ ਸ਼ੁਰੂ 'ਚ ਦੁਨੀਆ ਦੇ ਮਸ਼ਹੂਰ ਐਕਟਰ ਚਾਰਲਸ ਚੈਪਲਿਨ ਦੀ ਭੂਮਿਕਾ ਨਿਭਾਉਂਦਾ ਇੱਕ ਐਕਟਰ ਦਰਸ਼ਕਾਂ 'ਚ ਘੁੰਮ ਕੇ ਲੋਕਾਂ ਦਾ ਮਨੋਰੰਜਨ ਕਰ ਰਿਹਾ ਸੀ। ਇਸ ਐਕਟਰ ਦਾ ਅਸਲੀ ਨਾਂ ਜੌਨ ਸੀ ਜੋ ਹੂ-ਬਹੂ ਚਾਰਲਸ ਚੈਪਲਿਨ ਦੀ ਨਕਲ ਕਰ ਰਿਹਾ ਸੀ। ਉਹੀ ਕੱਦ, ਉਹੀ ਸ਼ਕਲ, ਉਹੀ ਚਾਲ, ਉਸੇ ਤਰ੍ਹਾਂ ਦੇ ਕੱਪੜੇ ਉਹਨੇ ਪਹਿਨੇ ਸੀ। ਬੱਚੇ ਬੁੱਢੇ ਸਭ ਉਸ ਨਾਲ ਫੋਟੋਆਂ ਖਿਚਵਾਉਣ ਲਈ ਉਤਾਵਲੇ ਹੋ ਰਹੇ ਸਨ ਅਤੇ ਅਸੀਂ ਵੀ ਉਸ ਨਾਲ ਕਈ ਤਸਵੀਰਾਂ ਖਿਚਵਾਈਆਂ। ਇਸ ਨਾਟਕ 'ਚ ਨਾਈ ਦੀ ਦੁਕਾਨ 'ਚ ਲੱਗੀਆਂ ਫਿਲਮੀ ਐਕਟਰਸਾਂ ਦੀਆਂ ਫੋਟੋਆਂ ਅਤੇ ਉਹਨਾਂ ਐਕਟਰਾਂ ਦੇ ਹੇਅਰ ਸਟਾਈਲ ਵਾਂਗ ਲੋਕਾਂ ਦਾ ਵਾਲ ਕਟਵਾਉਣਾ, ਫਿਲਮੀ ਐਕਟਰਾਂ ਦੀ ਗੱਲਬਾਤ ਦੀ ਨਕਲ ਆਦਿ ਕਰਨਾ ਦਰਸਾਇਆ ਜਾ ਰਿਹਾ ਸੀ। ਫਿਰ ਵਿਲੀਅਨ ਦਾ ਹੀਰੋ ਹੱਥੋਂ ਮਾਰੇ ਜਾਣਾ ਅਤੇ ਖੂਨ ਹੋ ਜਾਣ ਕਾਰਨ ਪੁਲਿਸ ਦਾ ਆਉਣਾ ਆਦਿ ਬਹੁਤ ਚੰਗਾ ਨਾਟਕ ਸੀ ਜੋ ਸਿਰਫ ਅੱਧੇ ਘੰਟੇ ਦਾ ਸੀ। ਪਿਸਤੌਲ ਦੀ ਗੋਲੀ ਕਿਵੇਂ ਅਸਲੀ ਲੱਗਦੀ ਹੈ, ਕਿਵੇਂ ਮੂੰਹ ਵਿੱਚੋਂ ਖੂਨ ਨਿਕਲਣ ਲੱਗਦਾ ਹੈ, ਕਿਵੇਂ ਠਾਹ ਕਰਦੀਆਂ ਗੋਲੀਆਂ ਦੀਆਂ ਆਵਾਜ਼ਾਂ ਬੰਦੇ ਨੂੰ ਡਰਾ ਦਿੰਦੀਆਂ। ਇਹਨਾਂ ਸਾਰੇ ਦ੍ਰਿਸ਼ਾਂ ਦੀ ਅਸਲੀਅਤ ਦਰਸ਼ਕਾਂ ਦੇ ਸਾਹਮਣੇ ਦਰਸਾਈ ਗਈ। ਸਾਨੂੰ ਤਾਂ ਪਤਾ ਹੀ ਨਾ ਲੱਗਾ ਕਿ ਅੱਧਾ ਘੰਟਾ ਕਿਵੇਂ ਮਿੰਟਾਂ 'ਚ ਬੀਤ ਗਿਆ ਸੀ। ਜਿੱਥੇ ਵੀ ਅਸੀਂ ਜਾਂਦੇ ਹਰ ਥੀਏਟਰ ਦੇ ਅੱਗੇ ਲੰਬੀ ਲਾਈਨ ਲੱਗੀ ਹੁੰਦੀ, ਪਰ ਲੋਕੀ ਬੜੇ ਸਲੀਕੇ ਨਾਲ ਲਾਈਨਾਂ ਬਣਾ ਕੇ ਆਰਾਮ ਨਾਲ ਅੰਦਰ ਲੰਘਦੇ, ਆਪਣੀ ਸੀਟ 'ਤੇ ਬੈਠ ਜਾਂਦੇ। ਹੁਣ ਅਸੀਂ ਜਿਸ ਥੀਏਟਰ ਅੱਗੇ ਜਾ ਕੇ ਰੁਕੇ ਉਹਦੇ ਬੂਹੇ 'ਤੇ ਲਿਖਿਆ ਸੀ ਡਿਫੈਂਸ, ਮਤਲਬ ਬਚਾਓ। ਇੱਕ ਬਹੁਤ ਵੱਡਾ ਓਪਨ ਥੀਏਟਰ ਸੀ ਜਿਸ ਵਿੱਚ ਪੂਰੇ 1000 ਦਰਸ਼ਕ ਬੜੀ ਆਸਾਨੀ ਨਾਲ ਬੈਠ ਸਕਦੇ ਸਨ। ਇੱਥੇ ਵੀ ਸੀੜੀਆਂ ਨੁਮਾ ਸੀਟਾਂ ਬਣੀਆਂ ਸਨ, ਜਿਵੇਂ ਸਾਡੇ ਇੱਥੇ ਕ੍ਰਿਕਟ ਦੇ ਮੈਦਾਨ 'ਚ ਦਰਸ਼ਕਾਂ ਦੇ ਮੈਚ ਵੇਖਣ ਲਈ ਸੀਟਾਂ ਬਣੀਆਂ ਹੁੰਦੀਆਂ। ਇੱਥੇ ਵੀ ਇੱਕ ਬਹੁਤ ਵਧੀਆ ਪ੍ਰੋਗਰਾਮ ਦਿਖਾਇਆ ਜਾ ਰਿਹਾ ਸੀ ਜੋ ਸਾਡੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਸੀ ਅਤੇ ਸਾਹਮਣੇ ਬਹੁਤ ਵੱਡਾ ਇੱਕ ਮੈਦਾਨ ਸੀ ਅਤੇ ਇੱਕ ਪਾਸੇ ਸੱਜੇ ਕੋਨੇ 'ਚ ਇੱਕ ਵੱਡਾ ਟੋਭਾ ਜਿਸ 'ਚ ਗੰਧਲਿਆ ਜਿਹਾ ਪਾਣੀ ਭਰਿਆ ਸੀ। ਇਸ ਮੈਦਾਨ ਦੇ ਬਿਲਕੁਲ ਸਾਹਮਣੇ ਕਰਕੇ ਇੱਕ ਬੜੀ ਵੱਡੀ ਬਿਲਡਿੰਗ ਵੀ ਬਣੀ ਹੋਈ ਸੀ। ਇਸ ਬਿਲਡਿੰਗ ਦੇ ਹੇਠਾਂ ਇੱਕ ਟਰੱਕ ਖੜਾ ਸੀ। ਹੇਠਾਂ ਮੈਦਾਨ 'ਚ 2 ਜੀਪਾਂ ਇੱਧਰੋਂ ਉੱਧਰ ਘੁੰਮ ਰਹੀਆਂ ਸਨ, ਜਿਨ੍ਹਾਂ 'ਚ ਬੰਦੂਕਾਂ ਹੱਥਾਂ 'ਚ ਲਈ ਫੌਜੀ ਨੱਕੋ ਨੱਕ ਭਰੇ ਹੋਏ ਸਨ ਅਤੇ ਫੌਜੀ ਕਾਰ 'ਚ ਭਗੌੜੇ ਹੋਏ ਇੱਕ ਸਿਪਾਹੀ ਨੂੰ ਲੱਭਦੇ। ਕਈ ਵਾਰੀ ਉਸ ਟੋਭੇ ਵਿੱਚੋਂ ਦੀ ਇਉਂ ਜੀਪ ਲੰਘਾਉਂਦੇ ਜਿਵੇਂ ਆਮ ਸੜਕ ਉੱਤੋਂ ਲੰਘ ਰਹੇ ਹੋਣ। ਕਾਰ ਭਜਾਈ ਜਾਂਦੇ, ਆਦਮੀ ਦਾ ਪਿੱਛਾ ਕਰਦੇ ਜਦੋਂ ਬਿਲਕੁਲ ਉਹਦੀ ਕਾਰ ਦੇ ਕੋਲ ਪਹੁੰਚੇ ਤਾਂ ਬਿਲਡਿੰਗ ਹੇਠਾਂ ਖੜੇ ਟਰੱਕ ਨੇ ਪਿੱਛੋਂ ਅੰਨ੍ਹੇਵਾਹ ਆਉਂਦਿਆਂ ਟਰੱਕ ਜਾਣਬੁੱਝ ਕੇ ਜੀਪ ਦੇ ਵਿੱਚ ਜਾ ਮਾਰਿਆ। ਜੀਪ ਥਾਂ ਦੀ ਥਾਂ ਪਿਚਕ ਕੇ ਰਹਿ ਗਈ। ਬਹੁਤ ਸਾਰੇ ਫੌਜੀ ਜ਼ਖਮੀ ਹੋ ਗਏ, ਪਰ ਬਾਕੀ ਬੱਚੇ ਅਜੇ ਵੀ ਉਸ ਆਦਮੀ ਦੀ ਭਾਲ 'ਚ ਪੈਦਲ ਹੀ ਕਾਰ ਦੇ ਪਿੱਛੇ ਭੱਜ ਰਹੇ ਸਨ। ਟਰੱਕ ਨੇ ਪੈਦਲ ਭੱਜਦਿਆਂ ਉੱਤੇ ਫਿਰ ਇੱਕ ਵਾਰੀ ਹਮਲਾ ਕੀਤਾ। ਇੰਨੇ 'ਚ ਕਾਰ 'ਚ ਜਾਂਦਾ ਬੰਦਾ ਕਾਰ 'ਚੋਂ ਭੱਜ ਨਿਕਲਿਆ। ਕੁਝ ਫੌਜੀ ਬੁਰੀ ਤਰ੍ਹਾਂ ਲਹੂ ਲੁਹਾਨ ਹੋ ਗਏ ਅਤੇ ਭਗੌੜੇ ਬੰਦੇ ਨੇ ਇੱਕ ਫੌਜੀ ਦੀ ਬੰਦੂਕ ਖੋਹਦਿਆਂ ਟਰੱਕ ਉੱਤੋਂ ਦੀ ਬਿਲਡਿੰਗ ਦੀ ਛੱਤ ਉੱਤੇ ਚੜ੍ਹ ਕੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਦੂਜੇ ਪਾਸਿਓਂ ਵੀ ਡਟ ਕੇ ਮੁਕਾਬਲਾ ਹੋਇਆ। ਠਾਹ ਕਰਦੀਆਂ ਗੋਲੀਆਂ ਨਾਲ ਸਾਰਾ ਮੈਦਾਨ ਧੂੰਆਂ ਧਾਰ ਹੋ ਗਿਆ। ਬਹੁਤ ਸਾਰੇ ਫੌਜੀ ਮਾਰੇ ਗਏ ਅਤੇ ਅੰਤ ਇੱਕ ਫੌਜੀ ਨੇ ਮੂੰਹ 'ਤੇ ਆਕਸੀਜਨ ਵਾਲਾ ਮਾਸਕ ਪਹਿਨ ਕੇ ਉੱਪਰ ਬਿਲਡਿੰਗ ਉੱਤੇ ਚੜ੍ਹੇ ਆਦਮੀ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਅੰਤ ਨੂੰ ਭਗੌੜਾ ਮਾਰਿਆ ਗਿਆ। ਪਿੱਛੋਂ ਝੱਟ ਇੱਕ ਗੈਸ ਜਿਹੀ ਛੱਡ ਕੇ ਸਾਰਾ ਵਾਤਾਵਰਨ ਸਾਫ਼ ਕਰ ਦਿੱਤਾ ਗਿਆ ਅਤੇ ਸਾਰੇ ਐਕਟਰ ਹੁਣ ਦਰਸ਼ਕਾਂ ਦੇ ਸਾਹਮਣੇ ਆ ਖੜੇ ਹੋਏ ਸਨ। ਦਰਸ਼ਕਾਂ ਵੱਲੋਂ ਵਾਤਾਵਰਨ ਵਿੱਚ ਗੂੰਜਦੀਆਂ ਤਾੜੀਆਂ ਨੇ ਉਹਨਾਂ ਸਾਰਿਆਂ ਦਾ ਨਿੱਘਾ ਅਤੇ ਮੋਹ ਭਰਿਆ ਸਵਾਗਤ ਕੀਤਾ ਸੀ। ਅਖੀਰਲਾ ਅੰਗ ਹੈ ਮੁਹੱਬਤ ਇੱਕ ਦਾਸਤਾਨ। ਅੰਤ 'ਚ ਮੈਂ ਆਪਣੇ ਮੇਜ਼ਬਾਨਾਂ ਨਾਲ ਆਪਣੇ ਪਾਠਕਾਂ ਨੂੰ ਮਿਲਾਉਣਾ ਚਾਹਾਂਗੀ, ਕਿਉਂਕਿ ਮੇਜ਼ਬਾਨ ਬਣਨਾ ਤਾਂ ਸ਼ਾਇਦ ਮੇਰੇ ਵਰਗਾ ਅਦਨਾ ਵੀ ਚਾਹੇਗਾ, ਪਰ ਇਸ ਜ਼ਿੰਮੇਵਾਰੀ ਨੂੰ ਖੁਸ਼ੀ ਨਿਭਾਉਣਾ ਹਾਰੀ ਸਾਰੀ ਦਾ ਕੰਮ ਨਹੀਂ। ਇੱਥੇ ਮੈਂ ਆਪਣੀ ਉਸ ਸਖੀ ਬਾਰੇ ਜ਼ਰੂਰ ਦੱਸਣਾ ਚਾਹੁੰਦੀ ਹਾਂ ਜੋ ਮੈਨੂੰ ਯੂਬਾ ਸਿਟੀ ਤੋਂ ਵੈਨਕੂਵਰ ਤੱਕ ਰਾਤੋਂ ਰਾਤ ਕਾਰ ਭਜਾ ਕੇ ਕੈਨੇਡਾ ਘੁਮਾਉਣ ਲੈ ਗਈ, ਜਿਵੇਂ ਕੋਈ ਕਿਸੇ ਨੂੰ ਕਿਡਨੈਪ ਕਰਕੇ ਲੈ ਜਾਂਦਾ ਹੈ। ਭਾਵ ਅਮਰੀਕਾ ਤੋਂ ਕੈਨੇਡਾ ਇੱਕ ਦੇਸ਼ ਤੋਂ ਦੂਜੇ ਦੇਸ਼ ਦੀ ਯਾਤਰਾ ਉਦੋਂ ਰਾਤ ਭਰ ਉਹ ਇਕੱਲੀ ਡਰਾਈਵ ਕਰਦੀ ਰਹੀ। ਮੈਨੂੰ ਤਾਂ ਉਦੋਂ ਸਟੀਅਰਿੰਗ ਵੀ ਫੜਨਾ ਨਹੀਂ ਸੀ ਆਉਂਦਾ। ਤਾਰਿਆਂ ਦੀ ਛਾਵੇਂ ਉੱਚੀਆਂ ਨੀਵੀਆਂ ਪਹਾੜੀਆਂ ਨੂੰ ਪਾਰ ਕਰਦੀਆਂ ਜਿਵੇਂ ਅਸੀਂ ਦੋਵੇਂ ਅੰਬਰ ਨਾਲ ਗੱਲਾਂ ਕਰਦੀਆਂ ਫਰ ਕਰਦੀ ਹਵਾ 'ਚ ਉੱਡ ਰਹੀਆਂ ਹੋਈਏ। ਇਹ 15 ਘੰਟੇ ਦਾ ਪੰਧ ਅਮਰੀਕਾ ਤੋਂ ਵੈਨਕੂਵਰ ਕੈਨੇਡਾ ਤੱਕ ਲੰਬਾ ਸਫ਼ਰ ਸੀ। ਜੋ ਮੈਂ ਇਸ ਬਾਰੇ ਪੂਰੀ ਦਾਸਤਾਂ ਕਹਿਣ ਲੱਗੀ
ਤਾਂ ਇੱਕ ਹੋਰ ਸਫ਼ਰਨਾਮਾ ਲਿਖਿਆ ਜਾਏਗਾ। ਬਸ ਇੰਨਾ ਹੀ ਕਹਿੰਦੀ ਹਾਂ ਕਿ ਰਾਤ ਭਰ ਤਾਰਿਆਂ ਦੀ ਛਾਵੇਂ ਕੀਤੇ ਇਸ ਸਫ਼ਰ ਦਾ ਅਤੇ ਦਿਨ ਦੇ ਚਿੱਟੇ ਚਾਨਣ ਨਾਲ ਭਰੇ ਉਸ ਵਕਤ ਦਾ ਖੁਸ਼ੀ ਭਰਿਆ ਅਹਿਸਾਸ ਅੱਜ ਵੀ ਜਦੋਂ ਮੇਰੇ ਮਨ 'ਚ ਜਾਗਦਾ ਹੈ ਤਾਂ ਮਨ ਮੋਰ ਖੁਸ਼ੀ 'ਚ ਪਹਿਲਾਂ ਪਾਉਂਦਾ ਨਹੀਂ ਥੱਕਦਾ। ਇਹ ਸੁਹਾਣਾ ਸਫ਼ਰ ਸਾਡੇ ਦੋਹਾਂ ਦੀ ਜ਼ਿੰਦਗੀ ਦਾ ਇੱਕ ਅਭੁੱਲ ਤੇ ਸੁਗੰਧੀਆਂ ਭਰਿਆ ਸਫ਼ਰ ਸੀ। ਦਰਅਸਲ ਉਸ ਸਫ਼ਰ 'ਚ ਅਸੀਂ ਦੋਵੇਂ ਸਖੀਆਂ ਧਰਤੀ ਤੋਂ ਉੱਡ ਕੇ ਅੰਬਰ ਦੀਆਂ ਪਰੀਆਂ ਬਣ ਗਈਆਂ ਸੀ ਅਤੇ ਜਸਵਿੰਦਰ ਦੀ ਕਾਰ 'ਚ ਮੈਂ ਤਾਂ ਕਿਸੇ ਉੱਡਣ ਖਟੋਲੇ ਵਾਂਗ ਉੱਡਦੀ ਤਾਰਿਆਂ ਨੂੰ ਮੁੱਠੀਆਂ 'ਚ ਭਰਦੀ ਰਹੀ ਅਤੇ ਜਸਵਿੰਦਰ ਮਾਨੋ ਅੰਬਰ ਦੇ ਸਾਰੇ ਤਾਰੇ ਤੋੜ ਤੋੜ ਮੇਰੀ ਝੋਲੀ 'ਚ ਭਰਦੀ ਰਹੀ ਹੋਵੇ। ਖੈਰ ਇਹ ਜ਼ਿੰਦਗੀ ਹੈ ਅਤੇ ਅਸੀਂ ਸਭ ਇਸ ਜੀਵਨ ਪੰਧ ਦੇ ਪੰਧ ਹੀ। ਸੋ ਇਸ ਪੰਧ ਦਾ ਥੋੜ੍ਹਾ ਜਿਹਾ ਰਾਹ ਮੈਂ ਆਪਣੀ ਲਾਸ ਐਂਜਲਸ ਵਿੱਚ ਵਸਦੀ ਸਖੀ ਸੁਰਿੰਦਰ ਮੁੰਡੀ ਨਾਲ ਵੀ ਬਹੁਤ ਹੀ ਸੁਖਾਵਾਂ ਤੈਅ ਕੀਤਾ। ਸੁਰਿੰਦਰ ਸਾਹਿਤ ਸੋਝ ਤੋਂ ਜਮਾਂ ਹੀ ਕੋਰੀ ਤਾਂ ਨਹੀਂ, ਕਿਉਂਕਿ BA ਤੱਕ ਉਹਨੇ ਪੰਜਾਬੀ ਪੜ੍ਹੀ ਹੋਈ ਸੀ ਅਤੇ ਪਿੱਛੋਂ ਮੇਰੇ ਹੀ ਸ਼ਹਿਰ ਪਟਿਆਲੇ ਦੀ ਜੰਮਪਲ ਸੀ। ਉਹੀ ਸੜਕਾਂ, ਉਹੀ ਸਕੂਲ, ਉਹੀ ਗੁਰਦੁਆਰਾ ਦੁੱਖ ਨਿਵਾਰਨ, ਉਹੀ ਅਦਾਲਤ ਬਾਜ਼ਾਰ, ਕਿਲ੍ਹੇ ਦਾ ਚੌਂਕ, ਜਿੱਥੇ ਕਦੇ ਮੈਂ ਨਿੱਕੀ ਹੁੰਦੀ ਈਦ ਵਾਲੇ ਜੰਮੇ ਰਾਤ ਨੂੰ ਆਪਣੀ ਬੇਬੇ ਜੀ ਨਾਲ ਤਾਜ਼ੀਏ ਵੇਖਣ ਜਾਂਦੀ ਸੀ ਅਤੇ ਉਹ ਬਸੰਤ ਪੰਚਮੀ ਵਾਲੇ ਦਿਨ ਪੀਲੀ ਬਸੰਤੀ ਚੁੰਨੀ ਲੈ ਕੇ ਆਪਣੇ ਨਿੱਕੇ ਨਿੱਕੇ ਪੈਰਾਂ ਨਾਲ ਤੁਰ ਕੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜਾਂਦੀ ਸੀ। ਇੱਥੋਂ ਤੱਕ ਬਾਰਾਂਦਰੀ ਵਿੱਚ ਜਾਮਣਾ ਚੁਗਣਾ, ਪੋਲੋ ਗਰਾਊਂਡ 'ਚ ਪਹਾੜੀ ਤੁੱਕੇ ਤੋੜ ਤੋੜ ਕੇ ਖਾਣਾ, ਇਹ ਸਾਰੇ ਵਾਤਾਵਰਨ ਨਾਲ ਸੁਰਿੰਦਰ ਦਾ ਵੀ ਓਨਾ ਹੀ ਵਾਸਤਾ ਰਿਹਾ ਸੀ ਜਿੰਨਾ ਕਦੇ ਮੇਰਾ ਸੀ। ਇਸੇ ਕਰਕੇ ਹੁਣ ਮੈਂ ਅਤੇ ਸੁਰਿੰਦਰ ਲਾਸ ਐਂਜਲਸ 'ਚ ਰਹਿੰਦੀਆਂ ਜਿਵੇਂ ਘੜੀ ਪਲ ਲਈ ਵੀ ਇੱਕ ਦੂਜੇ ਤੋਂ ਜੁਦਾ ਨਹੀਂ ਸੀ ਰਹਿਣਾ ਚਾਹੁੰਦੀਆਂ ਅਤੇ ਉਹ ਮੇਰੀ ਮੇਜ਼ਬਾਨ ਬਣ ਕੇ ਬਹੁਤ ਖੁਸ਼ ਸੀ। ਸੋ ਰਾਤ ਸਮੇਂ ਜਦੋਂ ਸੁਰਿੰਦਰ ਦੇ ਬੱਚੇ ਆਪਣੇ ਆਪਣੇ ਬਿਸਤਰਿਆਂ 'ਚ ਹੀ ਸੌਂ ਗਏ ਤਾਂ ਟਿੱਕੀ ਰਾਤ ਅਸੀਂ ਦੋਵੇਂ ਬਾਹਰ ਉਹਦੇ ਘਰ 'ਚ ਬਣੇ ਪੂਲ ਵਿੱਚ ਲੱਤਾਂ ਲਮਕਾ ਕੇ ਬੈਠ ਜਾਂਦੀਆਂ ਅਤੇ ਰਾਤ ਦੇ ਤੀਜੇ ਪਹਿਰ ਤੱਕ ਜੋਟੀ ਬੰਨ੍ਹ ਕੇ ਲੋਕ ਗੀਤਾਂ ਦੀਆਂ ਲੰਬੀਆਂ ਹੇਕਾਂ ਲਾਉਂਦੀਆਂ। ਇਹ ਸਭ ਹੌਲੀ ਅਤੇ ਧੀਮੀ ਆਵਾਜ਼ 'ਚ ਹੀ ਹੁੰਦਾ, ਕਿਉਂਕਿ ਅਮਰੀਕਾ 'ਚ ਇਹ ਵੀ ਤਾਂ ਵਰਜਿਤ ਹੈ ਕਿ ਇੱਕ ਪੜੋਸੀ ਕਿਸੇ ਦੂਜੇ ਪੜੋਸੀ ਨੂੰ ਬਿਨਾਂ ਉਹਦੀ ਇਜਾਜ਼ਤ ਦੇ ਭੋਰਾ ਵੀ ਡਿਸਟਰਬ ਨਹੀਂ ਕਰ ਸਕਦਾ। ਸੋ ਸੁਰਿੰਦਰ ਦੇ ਘਰ ਰਹਿੰਦਿਆਂ ਅਸੀਂ ਦਿਨੇ ਦੋਵੇਂ ਸੜਕਾਂ 'ਤੇ ਬਾਜ਼ਾਰ ਗਾਉਂਦੀਆਂ ਫਿਰਦੀਆਂ ਅਤੇ ਰਾਤੀ ਜਾਂ ਤਾਂ ਪੁਰਾਣੀਆਂ ਫਿਲਮਾਂ ਦੀਆਂ ਵੀਡੀਓ ਟੇਪਸ ਲਾ ਕੇ ਦੇਖਦੀਆਂ ਅਤੇ ਜਾਂ ਫਿਰ ਪੂਲ ਦੇ ਪਾਣੀ ਵਿੱਚ ਪੈਰ ਡੁਬੋ ਕੇ ਆਪਣੇ ਸ਼ਹਿਰ ਪਟਿਆਲੇ ਦੀਆਂ ਗੱਲਾਂ ਕਰਦੀਆਂ, ਗੀਤ ਗਾਉਂਦੀਆਂ, ਟੱਪੇ ਛੇੜਦੀਆਂ ਅਤੇ ਪੂਲ ਦੇ ਨਾਲ ਹੀ ਇਮਲੀ ਵਰਗੇ ਲੰਬੇ ਰੁੱਖ ਉੱਤੇ ਪਈ ਪੀਂਘ ਝੂਟਦੀਆਂ ਨਾ ਥੱਕਦੀਆਂ। ਰਾਤ ਗੁਜ਼ਰ ਜਾਂਦੀ ਪਰ ਸਾਡੀਆਂ ਗੱਲਾਂ ਨਾ ਮੁੱਕਦੀਆਂ। ਪਿਆਰ ਕਰਨ ਵਾਲਿਆਂ ਦੀਆਂ ਗੱਲਾਂ ਭਲਾ ਮੁੱਕ ਵੀ ਕਿਵੇਂ ਸਕਦੀਆਂ ਸੀ। ਹੁਣ ਵੀ ਮੈਂ ਜਦੋਂ ਆਪਣੇ ਬੇਟੇ ਕੁੱਕੀ ਕੋਲ ਲਾਸ ਐਂਜਲਸ ਜਾਂਦੀ ਹਾਂ, ਜਾਣ ਸਾਰ ਟੈਲੀਫੋਨ ਦੀ ਪਹਿਲੀ ਘੰਟੀ ਵੱਜਣ ਸਾਰ ਮੈਨੂੰ ਸੁਰਿੰਦਰ ਦੀ ਆਵਾਜ਼ ਸੁਣਾਈ ਦਿੰਦੀ ਹੈ, ਭੈਣ ਜੀ ਫਿਰ ਅੱਜ ਰਾਤ ਨੂੰ ਆ ਜਾਵਾਂ ਤੁਹਾਨੂੰ ਲੈਣ ਲਈ। ਸਿਰਫ ਭਾਰਤੀ ਅਤੇ ਭਾਰਤੀਆਂ ਵਿੱਚੋਂ, ਪੰਜਾਬੀ ਅਤੇ ਪੰਜਾਬੀਆਂ ਵਿੱਚੋਂ ਮੇਰੇ ਸ਼ਹਿਰ ਪਟਿਆਲੇ ਦੇ ਲੋਕ ਹੀ ਮੇਰੇ ਮੇਜ਼ਬਾਨ ਬਣ ਕੇ ਖੁਸ਼ ਨਹੀਂ ਸਨ, ਸਗੋਂ ਉੱਥੋਂ ਦੇ ਬਹੁਤ ਸਾਰੇ ਅਮਰੀਕਨ, ਅਫਰੀਕਨ, ਮੈਕਸੀਕਨ ਲੋਕ ਵੀ ਕੁਝ ਕਦਮ ਮੇਰੇ ਨਾਲ ਤੁਰ ਕੇ ਮੈਨੂੰ ਖੁਸ਼ੀਆਂ ਬਖਸ਼ਦੇ ਰਹੇ। ਇਹਨਾਂ ਵਿਦੇਸ਼ੀ ਸਖੀਆਂ ਵਿੱਚੋਂ ਇੱਕ ਮੇਰੀ ਸਖੀ ਹੈ ਲੂਈਸ ਸਟਾਰਬਕ, ਜੋ ਮੈਨੂੰ ਦਿੱਲੀ ਪੂਸਾ ਰੋਡ ਸਤਸੰਗ 'ਤੇ ਮਿਲੀ ਸੀ ਅਤੇ ਜਦੋਂ ਮੈਂ 1986 'ਚ LA ਪਹੁੰਚੀ ਤਾਂ ਇਹ ਸੈਂਕੜੇ ਮੀਲਾਂ ਦੀ ਦੂਰੀ ਤੈਅ ਕਰਕੇ ਆਈ ਐਤਵਾਰ ਮੈਨੂੰ ਸਤਸੰਗ ਲਈ ਲੈ ਜਾਂਦੀ ਅਤੇ ਮੁੜਦੀ ਹੋਈ ਖੁਸ਼ੀ ਮੈਨੂੰ ਸਾਡੇ ਘਰ ਛੱਡ ਕੇ ਜਾਂਦੀ। ਇਸ ਮੇਰੀ ਅਮਰੀਕਨ ਸਖੀ ਦਾ ਸਾਹਿਤ ਨਾਲ ਮੁੱਢੋਂ ਹੀ ਗੂੜਾ ਨਾਤਾ ਰਿਹਾ ਸੀ, ਕਿਉਂਕਿ ਬਹੁਤ ਚਿਰ ਤੋਂ ਇਹ ਇੱਕ ਪ੍ਰਕਾਸ਼ਕ ਦੇ ਤੌਰ 'ਤੇ ਕੰਮ ਕਰਦੀ ਰਹੀ ਸੀ। ਇਹਦੇ ਘਰ 'ਚ ਇੱਕ ਬਹੁਤ ਵੱਡੀ ਲਾਇਬ੍ਰੇਰੀ ਵੀ ਸੀ, ਜਿਸ 'ਚ ਦੁਨੀਆ ਭਰ ਦੇ 94 ਸਾਹਿਤਕਾਰਾਂ ਦੀਆਂ ਰਚਨਾਵਾਂ ਸਨ, ਜਿਨ੍ਹਾਂ 'ਚ ਡਿਕਨਸ ਦੇ ਸਾਰੇ ਨਾਵਲ ਪਏ ਸੀ, ਸ਼ੇਕਸਪੀਅਰ ਦੇ ਡਰਾਮਿਆਂ ਆਦਿ ਨੂੰ ਇਹ ਹੁਣ ਵੀ 70-75 ਸਾਲ ਦੀ ਉਮਰ 'ਚ ਬੜੇ ਸ਼ੌਕ ਨਾਲ ਪੜ੍ਹਦੀ ਸੀ। ਇਹਨੇ ਮੇਰੀਆਂ 2 ਕਿਤਾਬਾਂ ਦੇ ਅੰਗਰੇਜ਼ੀ ਅਨੁਵਾਦ ਵੀ ਬੜੀ ਦਿਲਚਸਪੀ ਨਾਲ ਨਾ ਸਿਰਫ ਪੜ੍ਹੇ ਬਲਕਿ ਉਹਨਾਂ ਉੱਤੇ ਬੜੀ ਰੌਚਕ ਟੀਕਾ ਟਿੱਪਣੀ ਵੀ ਕੀਤੀ। ਇਸੇ ਤਰ੍ਹਾਂ ਟੂਲੀਆ ਵਸੋਵਾ, ਜੋ ਇੱਕ ਅਫਰੀਕਨ ਲੇਡੀ ਹੈ ਅਤੇ ਉਹ ਵੀ ਸਤਸੰਗਣ ਹੈ, ਇਹਦੀ ਅਤੇ ਮੇਰੀ ਦੋਸਤੀ ਦੀ ਨੀਂਹ ਵੀ ਸਤਸੰਗ ਕਰਕੇ ਪੱਕੀ ਹੋਈ। ਉਹ ਵੀ ਆਏ ਐਤਵਾਰ ਸਤਸੰਗ 'ਚ ਮੈਨੂੰ ਜ਼ਰੂਰ ਮਿਲਦੀ ਸੀ। ਟੂਲੀਆ ਵੀ ਇੱਕ ਸਾਹਿਤਕਾਰ ਹੈ ਅਤੇ ਉਹਦਾ ਲਿਖਿਆ ਥੀਸਿਸ ਮੈਂ ਅਤੇ ਬਲਬੀਰ ਮਾਧੋਪੁਰੀ ਨੇ ਹੁਣੇ ਪੰਜਾਬੀ 'ਚ ਅਨੁਵਾਦ ਕਰਕੇ RC ਪਬਲਿਸ਼ਰ ਤੋਂ ਛਪਵਾਇਆ, ਜੋ ਕਿ ਸਾਡੇ ਖੋਜੀ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਪੁਸਤਕ ਸਿੱਧ ਹੋਏਗੀ। ਟੂਲੀਆ ਵਸੋਵਾ ਮੈਨੂੰ ਬਹੁਤ ਕਰਕੇ ਸਾਹਿਤਿਕ ਅਦਾਰਿਆਂ ਅਤੇ ਯੂਨੀਵਰਸਿਟੀਆਂ 'ਚ ਲੈ ਜਾਂਦੀ। ਇਸੇ ਕਰਕੇ ਕੈਲੀਫੋਰਨੀਆ ਯੂਨੀਵਰਸਿਟੀ 'ਚ ਮੇਰੀਆਂ 2 ਅੰਗਰੇਜ਼ੀ ਪੁਸਤਕਾਂ ਉੱਤੇ 14 ਜੁਲਾਈ ਨੂੰ ਇੱਕ ਬਹੁਤ ਵੱਡਾ ਸਾਹਿਤ ਸਮਾਗਮ ਵੀ ਕੀਤਾ ਗਿਆ ਸੀ, ਜਿਸ 'ਚ ਬਹੁਤ ਸਾਰੇ ਅਮਰੀਕਨ ਲੇਖਕ, ਡਰਾਮਾਟਿਸਟ, ਕਵੀ ਅਤੇ ਜਰਨਲਿਸਟ ਆਦਿ ਨੇ ਭਾਗ ਲਿਆ, ਜਿਵੇਂ ਕਿ ਮਾਇਆ ਐਂਜਲੋ, ਜੋ ਇੱਕ ਪ੍ਰਸਿੱਧ ਅਫਰੀਕਨ ਲੇਖਕ ਹੈ,
ਉਹਨੇ ਸਾਡੇ ਭਾਰਤੀ ਸਾਹਿਤ ਵਿੱਚ ਟੈਗੋਰ ਦੇ ਕਈ ਡਰਾਮੇ ਲੰਦਨ ਦੀ ਸਟੇਜ 'ਤੇ ਅੰਗਰੇਜ਼ੀ ਵਿੱਚ ਬੜੀ ਕਾਮਯਾਬੀ ਨਾਲ ਖੇਡੇ ਸਨ। ਇਸੇ ਤਰ੍ਹਾਂ ਅਬੀਨਾ ਪੀਏ ਬੂਸੀਆ ਜੋ ਇੱਕ ਵਧੀਆ ਕਵਿੱਤਰੀ ਹੈ, ਅਤੇ ਹੋਰ ਬਹੁਤ ਸਾਰੇ ਲੇਖਕਾਂ ਨਾਲ ਮਿਲ ਕੇ ਮੈਂ ਜਿਵੇਂ ਖੁਸ਼ੀ 'ਚ ਫੁੱਲੀ ਨਹੀਂ ਸੀ ਸਮਾ ਰਹੀ। ਇਸੇ ਤਰ੍ਹਾਂ ਮੇਰੀਆਂ ਕਈ ਹੋਰ ਸਖੀਆਂ ਜਿਵੇਂ ਡਾਕਟਰ ਵਿੰਸੈਂਟ ਸੈਵਰੀ, ਜੇਨਟ, ਰੀਆ ਰੀਗਨ, ਲੀਂਡਾ ਆਦਿ ਮੋਹ ਨੇ ਮੈਨੂੰ ਲਬੋ ਲਬ ਭਰ ਦਿੱਤਾ। ਸੋ ਮੈਂ ਆਪਣੇ ਇਹਨਾਂ ਸਾਰੇ ਮੇਜ਼ਬਾਨਾਂ ਦੀ ਅਤੀ ਧੰਨਵਾਦੀ ਹਾਂ। ਪੰਧ ਸਾਡੜੇ ਸਨ ਅਤੇ ਜੋੜੇ ਘੁੱਗੀਆਂ ਦੇ, ਮੁਸਕਰਾਏ ਵੀ ਸੀ, ਖਿਲਖਿਲਾਏ ਵੀ ਸੀ। ਧੰਨਵਾਦ।